हेलो माय डियर स्टूडेंट्स। इनकम टैक्स का जो आज ਆਪਾਂ ਟੌਪਿਕ ਡਿਸਕਸ ਕਰਨਾ ਹੈ ਉਹ ਹੈ ਡਿਡਕਸ਼ਨ ਆਫ ਟੈਕਸ ਐਟ ਸੋਰਸ। ਇਹਨੂੰ ਆਪਾਂ TDS ਵੀ ਬੋਲਦੇ ਆ ਆਮ ਲੈਂਗੁਏਜ ਦੇ ਵਿੱਚ। ਤਾਂ TDS ਤੋਂ ਮਤਲਬ ਟੈਕਸ ਡਿਡਕਟਡ ਐਟ ਸੋਰਸ। ਤਾਂ ਸਭ ਤੋਂ ਪਹਿਲਾਂ ਤਾਂ ਹੁੰਦਾ ਕੀ ਹੈ TDS ਜਾਂ ਟੈਕਸ ਡਿਡਕਟਡ ਐਟ ਸੋਰਸ। ਇੱਥੇ ਸੋਰਸ ਤੋਂ ਮਤਲਬ ਹੈ सोर्स ऑफ गिविंग द इनकम, मतलब जो ਤੁਹਾਨੂੰ ਇਨਕਮ ਦੇ ਰਿਹਾ। ਫॉर एग्जांपल सैलरी ਦੇ ਕੇਸ ਦੇ ਵਿੱਚ ਤੁਹਾਡਾ EMPLOYER ਤੁਹਾਨੂੰ ਇਨਕਮ ਦੇ ਰਿਹਾ ਤਾਂ ਟੈਕਸ ਡਿਡਕਟਡ ਐਟ ਸੋਰਸ ਤੋਂ ਮਤਲਬ ਕੀ ਹੈ ਕਿ ਐਟ ਦ ਪੁਆਇੰਟ ਔਰ ਐਟ ਦ ਸੋਰਸ ਆਫ ਦ ਇਨਕਮ ਤੁਹਾਡਾ ਟੈਕਸ ਹੈ ਜਿਹੜਾ ਉਹ ਕੱਟਿਆ ਜਾਏਗਾ ਤੇ ਕੱਟਣ ਤੋਂ ਬਾਅਦ ਤੁਹਾਨੂੰ ਨੈਟ ਇਨਕਮ ਮਿਲੇਗੀ। ਤਾਂ ਮਤਲਬ ਅਗਰ ਤੁਸੀਂ ਸੈਲਰੀ ਅਰਨ ਕਰ ਰਹੇ ਹੋ ਤਾਂ ਜਿਹੜਾ ਤੁਹਾਡਾ EMPLOYER ਹੈ ਉਹ ਪ੍ਰੈਸਕ੍ਰਾਈਬਡ ਰੇਟਸ ਦੇ ਉੱਪਰ ਤੁਹਾਡੀ ਸੈਲਰੀ ਦੇ ਵਿੱਚੋਂ ਟੈਕਸ ਦੀ ਅਮਾਉਂਟ ਡਿਡਕਟ ਕਰਕੇ ਤੁਹਾਨੂੰ ਨੈਟ ਇਨਕਮ ਦੇਗਾ। ਤਾਂ ਜੋ ਟੈਕਸ ਉਹਨੇ ਕੱਟ ਲਿਆ, ਡਿਡਕਟ ਕਰ ਲਿਆ, ਉਹ ਟੈਕਸ ਕੀ ਹੈ? ਉਹ TDS ਹੈ। ਤਾਂ ਕਹਿੰਦੇ ਕਈ ਸਾਰੇ ਇਹ ਮਤਲਬ ਜਿਹੜੀ TDS ਹੈ ਕਿਹੜੇ ਕੇਸਿਸ ਦੇ ਵਿੱਚ ਟੈਕਸ ਜਿਹੜਾ ਡਿਡਕਟ ਕੀਤਾ ਜਾਂਦਾ ਤੁਹਾਡੀ ਇਨਕਮ ਦੇ ਵਿੱਚੋਂ। ਤਾਂ ਉਹ ਕਹਿੰਦੇ ਕਿ ਜਨਰਲੀ ਉਹਨਾਂ ਇਨਕਮਸ ਦੇ ਉੱਪਰ ਟੈਕਸ ਕੱਟਿਆ ਜਾਂਦਾ ਹੈ ਜਿਨ੍ਹਾਂ ਦੀ ਕੈਲਕੂਲੇਸ਼ਨ ਪ੍ਰੀਵੀਅਸ ਈਅਰ ਦੇ ਖਤਮ ਹੋਣ ਤੋਂ ਪਹਿਲਾਂ ਐਡਵਾਂਸ ਦੇ ਵਿੱਚ ਕੀਤੀ ਜਾ ਸਕਦੀ ਹੋਵੇ, ਅੰਦਾਜ਼ਾ ਲਗਾਇਆ ਜਾ ਸਕਦਾ ਹੋਵੇ ਕਿ ਸਾਲ ਦੇ ਐਂਡ ਤੇ ਤੁਹਾਨੂੰ ਇੰਨੀ ਇਨਕਮ ਅਰਨ ਹੋਊਗੀ। ਬਿਫੋਰ ਦ ਐਂਡ ਆਫ ਦ ਪ੍ਰੀਵੀਅਸ ਈਅਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਨੂੰ ਸਾਲ ਦੇ ਖਤਮ ਹੋਣ ਤੱਕ ਇੰਨੀ ਕੁ ਇਨਕਮ ਹੋ ਸਕਦੀ ਹੈ। ਇਹ ਸਰਕਮਸਟੈਂਸਿਸ ਕਿਹੜੇ ਹੋ ਸਕਦੇ ਆ ਜਾਂ ਕਿਹੜੀਆਂ ਐਗਜ਼ਾਮਪਲਸ ਨੇ ਇਸ ਤਰ੍ਹਾਂ ਦੀਆਂ ਇਨਕਮਸ ਦੀਆਂ? ਤਾਂ ਉਹ ਹੈ ਸੈਲਰੀ, ਜਿਵੇਂ ਸੈਲਰੀ ਹੋ ਗਈ, ਇੰਟਰਸਟ ਔਨ ਸਿਕਿਉਰਿਟੀ ਹੋ ਗਿਆ, ਇੰਟਰਸਟ ਅਦਰ ਦੈਨ ਸਿਕਿਉਰਿਟੀਜ਼, ਡਿਵੀਡੈਂਡ, ਵਿਨਿੰਗ ਫਰਮ ਲॉटरीज ਐਂਡ ਕ੍ਰਾਸਵਰਡ ਪਜ਼ਲਸ, ਹਾਰਸ ਰੇਸਿਸ। ਇਹ ਸਾਰੀਆਂ ਉਹ ਇਨਕਮਸ ਹੈ ਜਿਨ੍ਹਾਂ ਦੇ ਉੱਪਰ TDS ਡਿਡਕਟ ਕੀਤਾ ਜਾਂਦਾ। ਤਾਂ ਹੁਣ ਪ੍ਰੋਵੀਜ਼ਨਸ ਕੀ ਨੇ ਇਨਕਮ ਟੈਕਸ ਐਕਟ ਦੀਆਂ? provisions of income tax on deduction of tax at source। ਸਾਡਾ ਕੁਐਸਚਨ ਵੀ ਇਸੇ ਤਰ੍ਹਾਂ ਬਣਦਾ ਹੈ, discuss the provisions of income tax act 1961 regarding TDS। ਤਾਂ ਉਹ ਸਾਰੀਆਂ ਇਨਕਮਸ ਡਿਸਕਸ ਕਰਾਂਗੇ ਜਿਨ੍ਹਾਂ ਦੇ ਉੱਪਰ TDS ਹੁੰਦਾ ਹੈ, ਕੀ ਰੇਟਸ ਨੇ ਟੈਕਸ ਡਿਡਕਟ ਕਰਨ ਦੇ। ਤਾਂ ਉਹ ਸਾਰਾ ਕੁਝ ਆਪਾਂ ਇਸ ਕੁਐਸਚਨ ਦੇ ਵਿੱਚ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਜਿਹੜੀ ਆਪਾਂ ਡਿਸਕਸ ਕਰਨੀ ਹੈ ਇਨਕਮ, ਉਹ ਹੈ ਸੈਲਰੀ। ਤਾਂ ਸੈਲਰੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਇਨਕਮ ਜੋ ਤੁਹਾਡਾ EMPLOYER ਤੁਹਾਨੂੰ ਤੁਹਾਡੀਆਂ ਸਰਵਿਸਿਜ਼ ਦੇ ਬਦਲੇ ਦੇ ਰਿਹਾ ਹੈ ਉਹਨੂੰ ਆਪਾਂ ਸੈਲਰੀ ਕਹਿੰਦੇ ਆ। ਤਾਂ ਸੈਲਰੀ ਦੇ ਵਿੱਚ ਜਿਹੜਾ ਤੁਹਾਡਾ EMPLOYER ਹੈ ਉਹ ਐਵਰੇਜ ਰੇਟ ਦੇ ਉੱਪਰ ਟੈਕਸ ਡਿਡਕਟ ਕਰੇਗਾ। ਤੇ ਇਹ ਸੈਲਰੀ ਦੇ ਉੱਪਰ ਟੈਕਸ ਸਿਰਫ ਉਦੋਂ ਹੀ ਡਿਡਕਟ ਕੀਤਾ ਜਾਂਦਾ ਹੈ ਜੇ ਕਿਸੇ ਪ੍ਰੀਵੀਅਸ ਈਅਰ ਦੇ ਵਿੱਚ EMPLOYEE ਦੀ ਟੋਟਲ ਇਨਕਮ ਮਿਨੀਮਮ ਜਿਹੜੀ ਐਗਜ਼ੈਂਪਟਡ ਲਿਮਿਟ ਹੈ ਉਹਦੇ ਨਾਲੋਂ ਜ਼ਿਆਦਾ ਹੋਵੇ, ਉਸ ਤੋਂ ਐਕਸੀਡ ਕਰਦੀ ਹੋਵੇ। ਤਾਂ ਮੀਨਸ ਅਸੈਸੀ ਵਿਲ ਬੀ ਲਾਇਬਲ ਟੂ ਪੇ ਟੈਕਸ ਔਨ ਹਿਜ਼ ਇਨਕਮ ਆਫ ਦ ਪ੍ਰੀਵੀਅਸ ਈਅਰ ਇਨ ਦ ਅਸੈਸਮੈਂਟ ਈਅਰ। ਤਾਂ ਉਸ ਕੇਸ ਦੇ ਵਿੱਚ ਉਹਦੀ ਜਿਹੜੀ ਬਣਦੀ ਇਨਕਮ ਹੈ ਉਹਦੇ ਉੱਪਰ EMPLOYER ਐਵਰੇਜ ਰੇਟ ਦੇ ਉੱਪਰ ਟੈਕਸ ਜਿਹੜਾ ਉਹ ਡਿਡਕਟ ਕਰੂਗਾ। ਤਾਂ ਹੁਣ ਉਹਦੇ 'ਚ ਕਹਿੰਦੇ ਕਿ ਜੇ ਕੋਈ EMPLOYEE ਕਿਸੇ ਪ੍ਰੀਵੀਅਸ ਈਅਰ ਦੇ ਵਿੱਚ ਮੋਰ ਦੈਨ 1 EMPLOYER ਦੇ ਕੋਲ ਕੰਮ ਕਰ ਰਿਹਾ ਹੋਵੇ, ਮਤਲਬ ਸਪੋਜ਼ ਪ੍ਰੀਵੀਅਸ ਈਅਰ ਅਪ੍ਰੈਲ ਦੇ ਵਿੱਚ ਸਟਾਰਟ ਹੋ ਰਿਹਾ ਤਾਂ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਸਪੋਜ਼ ਉਹ ਕਿਸੇ ਇੱਕ EMPLOYER ਕੋਲ ਕੰਮ ਕਰਦਾ ਸੀ, ਜੁਲਾਈ ਦੇ ਵਿੱਚ ਉਹਨੇ ਕੋਈ ਨਵੀਂ ਜੌਬ ਜੁਆਇਨ ਕੀਤੀ। ਤਾਂ ਹੁਣ ਇਹਦਾ ਮਤਲਬ ਇਹ ਹੋਇਆ ਕਿ ਪ੍ਰੀਵੀਅਸ ਈਅਰ ਦੇ ਵਿੱਚ ਉਹ ਇੱਕ ਨਾਲ ਜ਼ਿਆਦਾ EMPLOYER ਕੋਲ ਉਹਨੇ ਕੰਮ ਕੀਤਾ। ਤਾਂ ਹੁਣ ਜਿਹੜਾ ਉਹਦਾ ਪ੍ਰੈਜ਼ੈਂਟ EMPLOYER ਹੋਏਗਾ ਜਿਹਦੇ ਕੋਲ ਉਹ ਹੁਣ ਕੰਮ ਕਰ ਰਿਹਾ, ਉਸ ਪ੍ਰੈਜ਼ੈਂਟ EMPLOYER ਨੂੰ ਆਪਦਾ ਜਿਹੜਾ ਪ੍ਰੀਵੀਅਸ EMPLOYER ਸੀ ਜਿਹਦੇ ਕੋਲ ਪਹਿਲਾਂ ਕੰਮ ਕਰਦਾ ਸੀ ਉਸ ਤੋਂ ਉਹਨੇ ਜੋ ਵੀ ਸੈਲਰੀ ਅਰਨ ਕੀਤੀ ਉਹਦੀ ਡਿਟੇਲ ਆਪਦੇ ਪ੍ਰੈਜ਼ੈਂਟ EMPLOYER ਨੂੰ ਫਰਨਿਸ਼ ਕਰੂਗਾ। ਇਸ ਤੋਂ ਇਲਾਵਾ ਅਗਰ EMPLOYEE ਨੂੰ ਕੋਈ ਸੈਲਰੀ ਤੋਂ ਇਲਾਵਾ ਕਿਸੇ ਵੀ ਹੋਰ ਹੈਡ ਤੋਂ ਇਨਕਮ ਹੋ ਰਹੀ ਹੈ ਤਾਂ ਉਹਦੀ ਵੀ ਡਿਟੇਲ ਉਹ ਆਪਣੇ EMPLOYER ਨੂੰ ਫਰਨਿਸ਼ ਕਰੇਗਾ। ਇਸ ਤੋਂ ਇਲਾਵਾ ਉਹਨੂੰ ਅਗਰ ਉਹਨੇ ਕੋਈ ਡਿਡਕਸ਼ਨਸ ਕਲੇਮ ਕਰਨੀਆਂ ਸੈਕਸ਼ਨ 80 ਦੀਆਂ ਤਾਂ ਉਹਦੇ ਪ੍ਰੂਫ ਜਿਹੜੀਆਂ ਉਹਨੇ ਸੇਵਿੰਗਸ ਵਗੈਰਾ ਕੀਤੀਆਂ ਜਾਂ ਉਹਨੇ ਟਿਊਸ਼ਨ ਫੀਸ ਦੀ ਕੋਈ ਡਿਡਕਸ਼ਨ ਲੈਣੀ ਹੈ, ਮਤਲਬ ਅੰਡਰ ਸੈਕਸ਼ਨ 80 ਜਿਹੜੀਆਂ ਵੀ ਉਹਨੇ ਡਿਡਕਸ਼ਨਸ ਕਲੇਮ ਕਰਨੀਆਂ ਉਹ ਡਿਡਕਸ਼ਨਸ ਦੇ ਪ੍ਰੂਫਸ ਹੈ ਜਿਹੜੇ ਉਹ ਆਪਦੇ EMPLOYER ਨੂੰ ਦੇਊਗਾ। ਤਾਂ ਇਹਨਾਂ ਸਾਰੀਆਂ ਇਨਫੋਰਮੇਸ਼ਨ ਦੇ ਬੇਸਿਸ ਤੇ EMPLOYEE ਦੀ ਐਸਟੀਮੇਟਡ ਟੋਟਲ ਇਨਕਮ ਕੈਲਕੂਲੇਟ ਕਰੇਗਾ। ਟੋਟਲ ਇਨਕਮ ਮਤਲਬ ਉਹਦੀ ਗ੍ਰੋਸ ਟੋਟਲ ਇਨਕਮ ਦੇ ਵਿੱਚੋਂ ਜੋ ਵੀ ਉਹਦੀਆਂ ਡਿਡਕਸ਼ਨਸ ਬਣਦੀਆਂ ਉਹ ਲੈਸ ਕਰਕੇ ਉਹਦੀ ਐਸਟੀਮੇਟਡ ਟੋਟਲ ਇਨਕਮ ਆ ਜਾਏਗੀ ਤੇ ਇਸ ਐਸਟੀਮੇਟਡ ਟੋਟਲ ਇਨਕਮ ਦੇ ਉੱਪਰ ਐਵਰੇਜ ਰੇਟ ਦੇ ਉੱਪਰ EMPLOYER ਜਿਹੜਾ ਉਹ ਟੈਕਸ ਡਿਡਕਟ ਕਰੇਗਾ।
ਇਹ ਤਾਂ ਸੀ ਸੈਲਰੀ ਨੂੰ ਲੈ ਕੇ ਕੀ ਪ੍ਰੋਵੀਜ਼ਨਸ ਹੈ। ਉਸ ਤੋਂ ਬਾਅਦ ਜਿਹੜੀ ਨੈਕਸਟ ਕੈਟੇਗਰੀ ਆਫ ਇਨਕਮ ਹੈ ਉਹ ਹੈ ਇੰਟਰਸਟ ਔਨ ਸਿਕਿਉਰਿਟੀਜ਼। ਸਿਕਿਉਰਿਟੀਜ਼ ਦੇ ਵਿੱਚ ਡਿਬੈਂਚਰਸ, ਬੌਂਡਸ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਤੇ ਇਹਨਾਂ ਦੇ ਉੱਪਰ ਵੀ ਜਿਸ ਕੰਪਨੀ ਦੇ ਵਿੱਚ ਤੁਸੀਂ ਇਨਵੈਸਟਮੈਂਟ ਕੀਤੀ ਹੈ, ਕੰਪਨੀ ਤੁਹਾਨੂੰ ਇੰਟਰਸਟ ਦੇਣ ਤੋਂ ਪਹਿਲਾਂ ਟੈਕਸ ਡਿਡਕਟ ਕਰੇਗੀ ਐਟ ਗਿਵਨ ਰੇਟਸ। ਤਾਂ ਉਹਦੀਆਂ ਕੁਝ ਪ੍ਰੋਵੀਜ਼ਨਸ ਹੈ। ਪਹਿਲਾਂ ਤੇ ਇਹ ਕਿ ਕੁਝ ਕੇਸਿਸ ਆਫ ਸਿਕਿਉਰਿਟੀ ਦੇ ਉੱਪਰ ਕੋਈ TDS ਨਹੀਂ ਹੁੰਦਾ। ਉਸ ਕੇਸਿਸ ਕਿਹੜੀਆਂ ਜਿਵੇਂ ਕੁਝ ਐਗਜ਼ਾਮਪਲਸ ਆਪਾਂ ਡਿਸਕਸ ਕਰਦੇ ਹਾਂ ਜਿਨ੍ਹਾਂ ਸਿਕਿਉਰਿਟੀਜ਼ ਦੇ ਉੱਪਰ ਕੋਈ TDS ਨਹੀਂ ਹੈ। ਉਹ ਹੈ 4.5% ਨੈਸ਼ਨਲ ਡਿਫੈਂਸ ਬੌਂਡਸ 1972, 4.5% ਨੈਸ਼ਨਲ ਡਿਫੈਂਸ ਲੋਨ 1968, National Development Bonds, 7-year National Saving Certificates, debentures issued by any cooperative society, 6% Gold Bonds 1977। ਇਸ ਤੋਂ ਇਲਾਵਾ Securities of Central and State Government, ਇਹ ਸਾਰੀਆਂ ਉਹ ਸਿਕਿਉਰਿਟੀਜ਼ ਹੈ ਜਿਨ੍ਹਾਂ ਦੇ ਉੱਪਰ ਕੋਈ TDS ਨਹੀਂ ਹੁੰਦਾ। ਮੀਨਸ ਤੁਹਾਨੂੰ ਜਿਹੜਾ ਇੰਟਰਸਟ ਮਿਲਣਾ ਉਹ ਪੂਰੀ ਅਮਾਉਂਟ ਮਿਲਣੀ ਹੈ, ਕੋਈ TDS ਨਹੀਂ ਹੋਏਗਾ ਉਹਦੇ ਤੇ। ਇਹਨਾਂ ਤੋਂ ਇਲਾਵਾ ਜੋ ਵੀ ਸਿਕਿਉਰਿਟੀਜ਼ ਹੋਣਗੀਆਂ ਉਹਨਾਂ ਦੇ ਉੱਪਰ 10% ਰੇਟ ਦੇ ਉੱਪਰ 10% ਰੇਟ ਦੇ ਉੱਪਰ TDS ਜਿਹੜਾ ਉਹ ਡਿਡਕਟ ਕੀਤਾ ਜਾਊਗਾ ਜੇ ਇੰਟਰਸਟ ਦੀ ਅਮਾਉਂਟ 10,000 ਤੋਂ ਐਕਸੀਡ ਕਰਦੀ ਹੈ। ਆਈ ਐਮ ਰਿਪੀਟਿੰਗ ਅਗੇਨ ਕਿ ਜੇ ਇੰਟਰਸਟ ਦੀ ਅਮਾਉਂਟ 10,000 ਤੋਂ ਜ਼ਿਆਦਾ ਹੈ ਤਾਂ 10% ਰੇਟ ਦੇ ਉੱਪਰ TDS ਡਿਡਕਟ ਕਰਕੇ ਤੁਹਾਨੂੰ ਇੰਟਰਸਟ ਮਿਲੇਗਾ। ਸਿਰਫ 10% ਰੇਟ ਦੇ ਉੱਪਰ ਟੈਕਸ ਡਿਡਕਟ ਕੀਤਾ ਜਾਏਗਾ। ਕੋਈ ਸਰਚਾਰਜ ਜਾਂ ਕੋਈ ਹੈਲਥ ਐਂਡ ਐਜੂਕੇਸ਼ਨ ਸੈਸ ਜਿਹੜਾ ਉਹ ਨਹੀਂ ਡਿਡਕਟ ਕੀਤਾ ਜਾਏਗਾ। ਇੱਕ ਚੀਜ਼ ਹੋਰ ਹੈ ਕਿ ਜੇ ਜਿਹੜਾ ਸਿਕਿਉਰਿਟੀ ਹੋਲਡਰ ਹੈ ਆਪਦਾ ਪੈਨ ਕੋਟ ਨਹੀਂ ਕਰਦਾ, ਮਤਲਬ ਆਪਣਾ ਪੈਨ ਨੰਬਰ ਕੰਪਨੀ ਨੂੰ ਨਹੀਂ ਦੱਸ ਰਿਹਾ, ਤਾਂ ਰੇਟ ਆਫ TDS ਜਿਹੜਾ ਉਹ 20% ਹੋਏਗਾ। ਓਕੇ, ਇਹ ਸੀਗੇ ਇੰਟਰਸਟ ਔਨ ਸਿਕਿਉਰਿਟੀ ਦੀਆਂ ਪ੍ਰੋਵੀਜ਼ਨਸ। ਉਸ ਤੋਂ ਬਾਅਦ ਆ ਜਾਂਦਾ ਡਿਵੀਡੈਂਡ। ਡਿਵੀਡੈਂਡ ਜੋ ਕੰਪਨੀ ਤੋਂ ਤੁਸੀਂ ਰਿਸੀਵ ਕਰ ਰਹੇ ਹੋ ਉਹਦੇ ਉੱਪਰ ਵੀ TDS ਡਿਡਕਟ ਕੀਤਾ ਜਾਂਦਾ ਹੈ। ਇਹਦੇ ਵਿੱਚ ਦੋ ਚੀਜ਼ਾਂ ਨੇ। ਇੱਕ ਤਾਂ ਇਹ ਕਿ ਇੰਡੀਵਿਜੂਅਲ ਜਿਹੜਾ ਉਹਦੇ ਉੱਪਰ ਕੋਈ ਉਹਨੂੰ ਜੋ ਵੀ ਡਿਵੀਡੈਂਡ ਰਿਸੀਵ ਹੁੰਦਾ ਉਹਦੇ ਉੱਪਰ ਕੋਈ TDS ਨਹੀਂ ਹੋਏਗਾ। ਤੇ ਇਹ ਜਿਹੜਾ ਡਿਵੀਡੈਂਡ ਹੈ ਅਗਰ ਤੁਸੀਂ ਇੰਡੀਅਨ ਕੰਪਨੀ ਤੋਂ ਰਿਸੀਵ ਕਰ ਰਹੇ ਹੋ ਤਾਂ ਵੀ ਤੁਹਾਨੂੰ ਕੋਈ TDS ਨਹੀਂ ਹੋਏਗਾ ਇਹਦੇ ਤੇ। ਉਸ ਤੋਂ ਬਾਅਦ ਹੈ ਜੀ ਇੰਟਰਸਟ ਅਦਰ ਦੈਨ ਇੰਟਰਸਟ ਔਨ ਸਿਕਿਉਰਿਟੀਜ਼। ਇਸ ਤੋਂ ਪਹਿਲਾਂ ਆਪਾਂ ਇੰਟਰਸਟ ਔਨ ਸਿਕਿਉਰਿਟੀਜ਼ ਦੇ ਇੰਟਰਸਟ ਦੇ TDS ਦੀ ਗੱਲ ਕੀਤੀ ਹੈ। ਇੰਟਰਸਟ ਔਨ ਸਿਕਿਉਰਿਟੀ ਤੋਂ ਇਲਾਵਾ ਹੋਰ ਇੰਟਰਸਟ ਹੋ ਸਕਦੇ ਆ, ਜਿਵੇਂ ਤੁਸੀਂ ਬੈਂਕ 'ਚ ਡਿਪੋਜ਼ਿਟ ਕਰਵਾਇਆ ਜਾਂ ਤੁਸੀਂ ਪੋਸਟ ਆਫਿਸ ਦੇ ਵਿੱਚ ਕੋਈ ਡਿਪੋਜ਼ਿਟ ਕਰਵਾਇਆ, ਤਾਂ ਉਹਦੇ ਉੱਪਰ ਜੋ ਤੁਹਾਨੂੰ ਇੰਟਰਸਟ ਮਿਲਣਾ ਹੈ ਉਹਦੇ ਉੱਪਰ ਵੀ TDS ਜਿਹੜਾ ਉਹ ਡਿਡਕਟ ਕੀਤਾ ਜਾਂਦਾ ਹੈ। ਤੇ ਇਹਦੇ ਵਿੱਚ ਇਹ ਹੈ ਕਿ ਜੇ ਤੁਸੀਂ ਬੈਂਕ ਜਾਂ ਪੋਸਟ ਆਫਿਸ ਦੇ ਵਿੱਚ ਕੋਈ ਡਿਪੋਜ਼ਿਟ ਹੈ ਤਾਂ ਉਹਦੇ 'ਚ ਜੇ ਇੰਟਰਸਟ ਦੀ ਅਮਾਉਂਟ 10,000 ਤੋਂ ਐਕਸੀਡ ਕਰਦੀ ਹੈ ਤਾਂ ਤੁਹਾਨੂੰ TDS ਡਿਡਕਟ ਕਰਕੇ ਇੰਟਰਸਟ ਮਿਲੂਗਾ। ਬਾਕੀ ਕੇਸਿਸ ਦੇ ਵਿੱਚ ਮਤਲਬ ਜਿਵੇਂ ਕਿਸੇ ਕੋਲ ਤੁਸੀਂ ਅਦਰ ਦੈਨ ਬੈਂਕ ਜਾਂ ਪੋਸਟ ਆਫਿਸ 'ਚ ਕਿਤੇ ਡਿਪੋਜ਼ਿਟ ਕਰਵਾਇਆ ਹੈ ਤਾਂ ਜੇ 5,000 ਤੋਂ ਐਕਸੀਡ ਹੈ ਤਾਂ ਅਮਾਉਂਟ ਫਿਰ ਤੁਹਾਨੂੰ TDS ਕੱਟਿਆ ਜਾਏਗਾ ਤੁਹਾਡੀ ਇੰਟਰਸਟ ਦੀ ਅਮਾਉਂਟ ਦੇ ਉੱਪਰ। ਤੇ ਜਿਹੜੀ ਇਹ ਅਮਾਉਂਟ ਹੈ ਮਿਨੀਮਮ ਜਿਹੜੀ ਐਗਜ਼ੈਂਪਟਡ ਲਿਮਿਟ ਹੈ TDS ਇੰਟਰਸਟ ਦੀ, ਇਹ ਸੀਨੀਅਰ ਸਿਟੀਜ਼ਨ ਲਈ 50,000 ਹੈ। ਮਤਲਬ ਸੀਨੀਅਰ ਸਿਟੀਜ਼ਨ ਅਗਰ 50,000 ਤੱਕ ਉਹਨਾਂ ਨੂੰ ਤੱਕ ਦੇ ਇੰਟਰਸਟ ਦੇ ਉੱਪਰ ਉਹਨਾਂ ਨੂੰ ਕੋਈ TDS ਨਹੀਂ ਹੈ। ਇਹ ਹੋ ਗਈ ਗੱਲ ਇੰਟਰਸਟ ਦੀ। ਇਸ ਤੋਂ ਬਾਅਦ ਆ ਜਾਂਦਾ ਹੈ ਵਿਨਿੰਗ ਫਰੋਮ ਲੋਟਰੀਜ਼ ਐਂਡ ਕ੍ਰੋਸਵਰਡ ਪਜ਼ਲਸ। ਜਿਹੜੀ ਲੋਟਰੀ ਜਾਂ ਕ੍ਰੋਸਵਰਡ ਪਜ਼ਲ ਤੋਂ ਤੁਹਾਨੂੰ ਕੋਈ ਇਨਕਮ ਤੁਸੀਂ ਜਿੱਤੀ ਹੈ ਤਾਂ ਉਹਦੇ ਉੱਪਰ ਜੇ ਉਹ ਅਮਾਉਂਟ 10,000 ਤੋਂ ਐਕਸੀਡ ਕਰਦੀ ਹੈ ਤਾਂ 30% ਰੇਟ ਆਫ TDS ਹੈ। 30% ਡਿਡਕਟ ਕਰਕੇ ਤੁਹਾਨੂੰ ਨੈਟ ਅਮਾਉਂਟ ਮਿਲੇਗੀ। ਸਿਰਫ ਇਹਦੇ ਤੇ ਵੀ ਕੋਈ ਸਰਚਾਰਜ ਜਾਂ ਹੈਲਥ ਐਂਡ ਐਜੂਕੇਸ਼ਨ ਸੈਸ ਨਹੀਂ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਹੋਰਸ ਰੇਸਿਸ। ਹੋਰਸ ਰੇਸਿਸ ਤੋਂ ਅਗਰ ਤੁਹਾਨੂੰ ਕੋਈ ਇਨਕਮ ਹੁੰਦੀ ਹੈ ਤਾਂ ਉਹਦੀਆਂ ਵੀ ਸੇਮ ਹੀ ਪ੍ਰੋਵੀਜ਼ਨਸ ਹੈ ਕਿ ਅਗਰ 10,000 ਐਕਸੀਡ ਕਰਦੀ ਹੈ ਅਮਾਉਂਟ ਤਾਂ 30% ਰੇਟ ਆਫ TDS ਹੋਏਗਾ। ਨੈਕਸਟ ਹੈ ਜੀ ਇੰਸ਼ੋਰੈਂਸ ਕਮਿਸ਼ਨ। ਅਗਰ ਕੋਈ ਮਤਲਬ ਇੰਸ਼ੋਰੈਂਸ ਏਜੰਟਸ ਹੈ ਜਿਵੇਂ ਹੁੰਦੇ ਆ ਤਾਂ ਉਹ ਇੰਸ਼ੋਰੈਂਸ ਪਾਲਿਸੀਜ਼ ਕਰਵਾਉਂਦੇ ਆ ਤੇ ਉਹਨਾਂ ਨੂੰ ਕਮਿਸ਼ਨ ਮਿਲਦਾ, ਤਾਂ ਅਗਰ ਉਹ ਇਨਕਮ 15,000 ਤੋਂ ਐਕਸੀਡ ਕਰਦੀ ਹੈ ਤਾਂ ਕੰਪਨੀ ਤੁਹਾਨੂੰ ਟੈਕਸ TDS ਡਿਡਕਟ ਕਰਕੇ ਨੈਟ ਅਮਾਉਂਟ ਦੇਗੀ। ਉਸ ਤੋਂ ਬਾਅਦ ਹੈ ਜੀ TDS ਔਨ ਕਮਿਸ਼ਨ ਔਰ ਬ੍ਰੋਕਰੇਜ। ਇਸ ਤੋਂ ਇਲਾਵਾ ਕੋਈ ਹੋਰ ਕਮਿਸ਼ਨ ਜਾਂ ਬ੍ਰੋਕਰੇਜ ਤੁਸੀਂ ਅਰਨ ਕਰਦੇ ਹੋ ਤਾਂ ਉਹਦੇ ਤੇ 5%, ਜੇ 15,000 ਤੋਂ ਐਕਸੀਡ ਕਰਦੀ ਹੈ ਅਮਾਉਂਟ ਤਾਂ 5% TDS ਡਿਡਕਟ ਕੀਤਾ ਜਾਏਗਾ। ਅਗਰ ਤੁਸੀਂ ਪੈਨ ਨਹੀਂ ਕੋਟ ਕਰਦੇ ਤਾਂ ਰੇਟ ਕਿੰਨਾ ਹੈ 20%। ਉਸ ਤੋਂ ਬਾਅਦ ਇਨਕਮ ਫਰੋਮ ਰੈਂਟ। ਅਗਰ ਰੈਂਟ ਦੀ ਤੁਹਾਨੂੰ ਇਨਕਮ ਰਿਸੀਵ ਹੁੰਦੀ ਹੈ, ਇਹ ਜਿਹੜੀਆਂ ਪ੍ਰੋਵੀਜ਼ਨਸ ਹੈ ਇੰਡੀਵਿਜੂਅਲ ਤੇ HUF ਨੂੰ ਛੱਡ ਕੇ ਬਾਕੀਆਂ ਲਈ ਹੈ। ਮਤਲਬ ਸਪੋਜ਼ ਕਿਸੇ ਦਾ ਬਿਜ਼ਨਸ ਹੈ ਤੇ ਉਹ ਆਪਣੀ ਕੋਈ ਮਸ਼ੀਨਰੀ
ਜਾਂ ਪਲਾਂਟ ਜਾਂ ਲੈਂਡ ਜਾਂ ਕੋਈ ਬਿਲਡਿੰਗ ਰੈਂਟ ਤੇ ਦੇ ਰਹੇ ਹੈ ਤਾਂ ਉਸ ਕੇਸ ਵਿੱਚ ਇਹ ਵਾਲੀਆਂ ਜਿਹੜੀਆਂ ਪ੍ਰੋਵੀਜ਼ਨਸ ਉਹ ਲੱਗਣਗੀਆਂ। ਤੇ ਇਹਦੇ ਚ ਕਹਿੰਦੇ ਕਿ ਜੇ ਐਨੂਅਲੀ 1,80,000 ਤੱਕ ਦਾ ਜਿਹੜਾ ਰੈਂਟ ਹੈ ਤਾਂ ਕੋਈ TDS ਨਹੀਂ ਹੈ। ਜੇ ਇਹ ਅਮਾਉਂਟ 1,80,000 ਤੋਂ ਐਕਸੀਡ ਕਰਦੀ ਹੈ ਤਾਂ ਫਿਰ ਇਹਦੇ ਉੱਪਰ TDS ਡਿਡਕਟ ਹੋਏਗਾ। ਇਹ ਕਿੰਨੇ ਰੇਟਸ ਨੇ ਦੇਖੋ, ਮਸ਼ੀਨਰੀ ਤੇ ਪਲਾਂਟ ਦੇ ਕੇਸ 'ਚ 2%, ਲੈਂਡ ਐਂਡ ਬਿਲਡਿੰਗ ਦੇ ਕੇਸ 'ਚ 10%। ਕੋਈ ਸਰਚਾਰਜ ਜਾਂ ਹੈਲਥ ਐਂਡ ਐਜੂਕੇਸ਼ਨ ਸੈਸ ਨਹੀਂ ਹੈ। ਅਗਰ ਪੈਨ ਨਹੀਂ ਕੋਡ ਕੀਤਾ ਜਾ ਰਿਹਾ ਤਾਂ 20% ਹੈ ਜਿਹੜਾ ਉਹ ਰੇਟ ਲੱਗੇਗਾ। ਪੇਮੈਂਟ ਮੇਡ ਅੰਡਰ ਲਾਈਫ ਇੰਸ਼ੋਰੈਂਸ ਪਾਲਿਸੀ, ਅਗਰ ਤੁਸੀਂ ਲਾਈਫ ਇੰਸ਼ੋਰੈਂਸ ਪਾਲਿਸੀ ਕਰਵਾਈ ਹੈ ਤੇ ਉਹਦੀ ਜਿਹੜੀ ਤੁਹਾਨੂੰ ਮਤਲਬ ਪਾਲਿਸੀ ਦੀ ਅਮਾਉਂਟ ਮਿਲਣੀ ਆ ਉਹਦੇ ਤੇ ਵੀ ਤੁਹਾਨੂੰ ਟੈਕਸ ਕੱਟ ਕੇ ਮਿਲੂਗਾ। ਉਹਦੇ 'ਚ ਇਹ ਹੈ ਕਿ ਜੇ 1 ਲੱਖ ਨਾਲੋਂ ਐਕਸੀਡ ਕਰਦੀ ਹੈ ਅਮਾਉਂਟ ਤਾਂ 1% ਆਫ ਸੱਚ ਪੇਮੈਂਟ ਤੁਹਾਨੂੰ ਟੈਕਸ ਕੱਟ ਕੇ ਮਿਲੇਗਾ। ਉਸ ਤੋਂ ਬਾਅਦ ਹੈ ਨਾਨ ਰੈਜ਼ੀਡੈਂਟ ਸਪੋਰਟਸ ਪਰਸਨ ਔਰ ਸਪੋਰਟਸ ਐਸੋਸੀਏਸ਼ਨ। ਜਿਹੜੇ ਵੀ ਨਾਨ ਰੈਜ਼ੀਡੈਂਟ ਸਪੋਰਟਸਮੈਨ ਹੈ ਜਾਂ ਸਪੋਰਟਸ ਐਸੋਸੀਏਸ਼ਨਸ ਹੈ ਉਹਨਾਂ ਨੂੰ ਕੋਈ ਵੀ ਪੇਮੈਂਟ ਇੰਡੀਆ ਦੇ ਵਿੱਚੋਂ ਕੀਤੀ ਜਾਂਦੀ ਹੈ ਉਹਨਾਂ ਦੀ ਸਰਵਿਸ ਦੇ ਬਦਲੇ ਤਾਂ 20% TDS ਦੀ ਰੇਟ ਪਲੱਸ ਸਰਚਾਰਜ ਇਫ ਐਪਲੀਕੇਬਲ ਪਲੱਸ ਹੈਲਥ ਐਂਡ ਐਜੂਕੇਸ਼ਨ ਸੈਸ ਐਟ ਦੀ ਰੇਟ 3% ਕੱਟਣ ਤੋਂ ਬਾਅਦ ਉਹਨਾਂ ਨੂੰ ਨੈਟ ਅਮਾਉਂਟ ਮਿਲੇਗੀ। ਜਿਵੇਂ IPL ਵਗੈਰਾ ਹੁੰਦੇ ਆ ਤਾਂ ਉਹਨਾਂ 'ਚ ਜਿਹੜੇ ਪਲੇਅਰਸ ਹੈ ਬਾਹਰ ਵਾਲੇ ਉਹਨਾਂ ਨੂੰ ਜਿਹੜੀਆਂ ਪੇਮੈਂਟਸ ਮਿਲਣੀਆਂ ਉਹ 20% TDS ਪਲੱਸ ਹੈਲਥ ਐਂਡ ਐਜੂਕੇਸ਼ਨ ਸੈਸ 3% ਡਿਡਕਟ ਕਰਨ ਤੋਂ ਬਾਅਦ ਮਿਲਣਗੀਆਂ। ਉਸ ਤੋਂ ਬਾਅਦ ਨੈਕਸਟ ਹੈ ਜੀ ਪੇਮੈਂਟ ਇਨ ਰਿਸਪੈਕਟ ਆਫ ਡਿਪੋਜ਼ਿਟਸ ਅੰਡਰ NSS ਨੈਸ਼ਨਲ ਸੇਵਿੰਗ ਸਕੀਮਸ ਦੇ ਵਿੱਚ ਤੁਸੀਂ ਕੁਝ ਡਿਪੋਜ਼ਿਟ ਕਰਵਾਇਆ ਸੀ ਤੇ ਹੁਣ ਤੁਹਾਨੂੰ ਵਾਪਸ ਮਿਲਣਾ ਅਮਾਉਂਟ, ਤਾਂ ਉਹਦੇ ਲਈ ਤੁਸੀਂ ਆਲਰੇਡੀ ਡਿਡਕਸ਼ਨ ਕਲੇਮ ਕੀਤੀ ਅੰਡਰ ਸੈਕਸ਼ਨ 80 CCA ਤਾਂ ਹੁਣ ਜੋ ਤੁਹਾਨੂੰ ਪੇਮੈਂਟ ਮਿਲਣੀ ਹੈ ਤਾਂ 10% TDS ਡਿਡਕਟ ਕਰਨ ਤੋਂ ਬਾਅਦ ਮਿਲੇਗੀ। ਇਹ TDS 10% ਉਦੋਂ ਡਿਡਕਟ ਕੀਤਾ ਜਾਏਗਾ ਜੇ ਇਹਦੀ ਅਮਾਉਂਟ 2500 ਜਾਂ ਉਸ ਤੋਂ ਐਕਸੀਡ ਕਰ ਰਹੀ ਹੈ। ਤੇ ਜੇ ਪੇਮੈਂਟ ਅਸੈਸੀ ਦੀ ਡੈਥ ਤੋਂ ਬਾਅਦ ਉਹਦੇ ਲੀਗਲ ਹਾਇਰਸ ਨੂੰ ਮਿਲਦੀ ਹੈ ਫਿਰ ਕੋਈ TDS ਨਹੀਂ ਹੋਏਗਾ। ਉਸ ਤੋਂ ਬਾਅਦ ਜੀ ਰੀਪੇਮੈਂਟ ਆਫ ਯੂਨਿਟਸ ਆਫ ਮਿਊਚੁਅਲ ਫੰਡ ਕਵਰਡ ਅੰਡਰ ਸੈਕਸ਼ਨ 80 CCB। ਮਿਊਚੁਅਲ ਫੰਡ ਦੇ ਵਿੱਚ ਤੁਸੀਂ ਕੋਈ ਮਨੀ ਡਿਪੋਜ਼ਿਟ ਕਰਵਾਈ ਸੀਗੀ ਜਾਂ ਇਨਵੈਸਟਮੈਂਟ ਕੀਤੀ ਹੈ ਤੇ ਹੁਣ ਉਹ ਤੁਹਾਨੂੰ ਰੀਪੇਮੈਂਟ ਮਿਲ ਰਹੀ ਹੈ ਤਾਂ ਉਹ ਰੀਪੇਮੈਂਟ ਜਿਹੜੀ 20% TDS ਡਿਡਕਟ ਕਰਨ ਤੋਂ ਬਾਅਦ ਮਿਲੇਗੀ। ਉਸ ਤੋਂ ਬਾਅਦ ਹੈ ਜੀ ਕਮਿਸ਼ਨ ਐਕਸੈਟਰਾ ਔਨ ਸੇਲ ਆਫ ਲੋਟਰੀ ਟਿਕਟ। ਤੁਸੀਂ ਲੋਟਰੀ ਟਿਕਟ ਸੇਲ ਕਰਦੇ ਹੋ ਤੇ ਟਿਕਟ ਦੀ ਸੇਲ ਤੋਂ ਤੁਹਾਨੂੰ ਕੋਈ ਕਮਿਸ਼ਨ ਮਿਲਦੀ ਹੈ ਤਾਂ ਉਹ ਵੀ ਕਹਿੰਦੇ ਜੇ 15,000 ਤੋਂ ਐਕਸੀਡ ਕਰੇ ਕਮਿਸ਼ਨ ਦੀ ਅਮਾਉਂਟ ਤਾਂ 5% TDS ਡਿਡਕਟ ਕੀਤਾ ਜਾਏਗਾ ਤੇ ਜੇ 15,000 ਤੱਕ ਦੀ ਅਮਾਉਂਟ ਹੈ ਤਾਂ ਕੋਈ TDS ਨਹੀਂ ਹੋਏਗਾ। ਹੁਣ ਇਸ ਟੈਕਸ ਡਿਡਕਟ ਕਰਕੇ ਜੋ ਇਨਕਮ ਅਸੈਸੀ ਨੂੰ ਰਿਸੀਵ ਹੁੰਦੀ ਹੈ ਉਹ ਨੈਟ ਇਨਕਮ ਹੁੰਦੀ ਹੈ ਤੇ ਜਦੋਂ ਆਪਾਂ ਟੋਟਲ ਇਨਕਮ ਗ੍ਰੋਸ ਟੋਟਲ ਇਨਕਮ ਕੈਲਕੂਲੇਟ ਕਰਨੀ ਹੈ ਤਾਂ ਇਹ ਇਨਕਮ ਗ੍ਰੋਸ ਅਪ ਕਰਕੇ ਆਪਾਂ ਇਨਕਮ ਦੇ ਵਿੱਚ ਐਡ ਕਰਦੇ ਆ। ਤਾਂ ਗ੍ਰੋਸਿੰਗ ਬਾਰੇ ਇਹ ਹੈ ਕਿ ਗ੍ਰੋਸਿੰਗ ਹੈ ਜਿਹੜੀ ਉਹ ਕਿਵੇਂ ਕੀਤੀ ਜਾਂਦੀ ਹੈ। ਗ੍ਰੋਸਿੰਗ ਕਰਨ ਲਈ ਤੁਸੀਂ ਨੈਟ ਇਨਕਮ ਨੂੰ ਮਲਟੀਪਲਾਈ ਕਰੋਗੇ 100 ਨਾਲ ਤੇ ਡਿਵਾਈਡ ਕਰੋਗੇ 100 ਮਾਈਨਸ ਰੇਟ ਨਾਲ ਤਾਂ ਫਾਰਮੂਲਾ ਬਣੇਗਾ ਨੈਟ ਇਨਕਮ ਇਨਟੂ 100 ਓਵਰ 100 ਮਾਈਨਸ ਰੇਟ। ਕਿਵੇਂ? ਫੋਰ ਐਗਜ਼ਾਮਪਲ 1 ਲੱਖ ਦੀ ਤੁਸੀਂ ਕੋਈ ਲੋਟਰੀ ਤੁਹਾਡੀ ਨਿਕਲੀ ਤੇ 30% ਤੁਹਾਡਾ ਜਿਹੜਾ TDS ਕੱਟਿਆ ਗਿਆ ਤਾਂ ਤੁਹਾਨੂੰ ਨੈਟ ਇਨਕਮ ਕਿੰਨੀ ਰਿਸੀਵ ਹੋ ਰਹੀ ਹੈ 70,000। ਤਾਂ ਇਹਨੂੰ ਗ੍ਰੋਸ ਕਰਨ ਲਈ ਆਪਾਂ ਕੀ ਕਰਨਾ 70,000 into 100 over 100 minus rate ਕਿੰਨਾ 30%। ਤਾਂ 70,000 into 100 over 70 ਤੇ ਗ੍ਰੋਸ ਕਰਕੇ ਕਿੰਨਾ ਹੋ ਜਾਂਦਾ 1 ਲੱਖ। ਹੁਣ ਇੱਕ ਚੀਜ਼ ਹੋਰ ਇਹਦੇ 'ਚ ਇਹ ਹੈ ਕਿ ਕ੍ਰੈਡਿਟ ਆਫ ਟੈਕਸ ਡਿਡਕਟਡ ਐਟ ਸੋਰਸ, ਜਿਹੜਾ ਤੁਹਾਡੇ ਕੋਲ ਟੈਕਸ ਡਿਡਕਟ ਕੀਤਾ ਗਿਆ ਉਹਦਾ ਤੁਹਾਨੂੰ ਕ੍ਰੈਡਿਟ ਮਿਲੇਗਾ। ਮਤਲਬ ਉਹ ਇਹ ਮੰਨਿਆ ਜਾਏਗਾ ਕਿ ਤੁਸੀਂ ਇਹ ਜਿਹੜਾ ਟੈਕਸ ਹੈ ਉਹ ਗਵਰਨਮੈਂਟ ਨੂੰ ਪੇ ਕੀਤਾ ਤੇ ਉਹ ਤੁਹਾਨੂੰ ਮਤਲਬ ਜਿੰਨਾ ਤੁਹਾਡਾ ਕੱਟਿਆ ਹੋਇਆ ਟੈਕਸ ਪੇ ਕੀਤਾ ਹੋਇਆ ਮੰਨਿਆ ਜਾਏਗਾ। ਇਹ ਸੀਗੀਆਂ ਇਨਕਮ ਟੈਕਸ ਦੀਆਂ ਪ੍ਰੋਵੀਜ਼ਨਸ ਰਿਗਾਰਡਿੰਗ TDS ਤੇ ਜੇ ਤੁਹਾਨੂੰ ਕੁਝ ਡਾਊਟਸ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ।